Hello everyone. Today we'll discuss a new chapter, that's chapter number 16 of chemistry, that's chemistry in everyday life. So I will give you a brief introduction what we are going to do. What all the chemistry products, chemistry chemicals that we use in our daily life, that will be included in that. The most of the very widely used chemicals we are going to do here. So, firstly, we'll talk about chemicals in medicines and healthcare, right? Like, what all chemicals do we use in our daily life, like in the form of medicines or healthcare? We'll do in this topic. So, without wasting time, we'll start with the drugs. What is drug? ड्रग ऐसा कोई केमिकल है जिदा मॉलिक्यूलर मास लो है जो इंटरैक्ट करता है ਆਪਣੇ ਬੋਡੀ ਦੇ ਵਿੱਚ ਜਿਹੜੇ ਬਾਇਓ ਮੋਲੀਕਿਊਲਸ ਹੈ ਤੇ ਇੱਕ ਬਾਇਓਲੋਜੀਕਲ ਰਿਸਪੌਂਸ ਪ੍ਰੋਡਿਊਸ ਕਰਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਇੱਕ ਕੋਈ ਆਪਾਂ ਕੈਮੀਕਲ ਐਸਾ ਖਾਇਆ ਜੋ ਆਪਣੀ ਬੋਡੀ ਦੇ ਵਿੱਚ ਜਿਹੜੇ ਬਾਇਓ ਮੋਲੀਕਿਊਲਸ ਹੈ ਬਾਇਓ ਆ ਜਿਹੜੇ ਮੈਕਰੋ ਮੋਲੀਕਿਊਲਸ ਦਾ ਮਤਲਬ ਹੈ ਕੋਈ ਫੈਟ ਹੋ ਗਿਆ ਕੋਈ ਪ੍ਰੋਟੀਨ ਹੋ ਗਿਆ ਉਹਨਾਂ 'ਤੇ ਜਾ ਕੇ ਉਹ ਉੱਥੇ ਟਾਰਗੇਟ ਕਰਦਾ ਹੈ ਉਹਦੇ ਨਾਲ ਇੰਟਰੈਕਟ ਕਰਦਾ ਹੈ ਕੋਈ ਕੈਮੀਕਲ ਰਿਐਕਸ਼ਨ ਕਰੂਗਾ ਜਾਂ ਕੋਈ ਇੰਟਰੈਕਟ ਕਰਦਾ ਹੈ ਅਤੇ ਉਸ ਦੇ ਬਦਲੇ ਕੋਈ ਬਾਇਓਲੋਜੀਕਲ ਰਿਸਪੌਂਸ ਪ੍ਰੋਡਿਊਸ ਕਰਦਾ ਹੈ। ਬਾਇਓਲੋਜੀਕਲ ਰਿਸਪੌਂਸ ਦਾ ਮਤਲਬ ਹੋਇਆ ਲਾਈਕ ਕੋਈ ਨੀਂਦ ਆ ਗਈ ਕਿਸੇ ਪੇਨ ਤੋਂ ਰਿਲੀਫ ਹੋ ਗਈ ਹੈਲੂਸੀਨੇਸ਼ਨਸ ਹੋ ਗਈਆਂ ਨੀਂਦ ਆ ਗਈ ਇਸ ਤਰ੍ਹਾਂ ਦਾ ਬਾਇਓਲੋਜੀਕਲ ਰਿਸਪੌਂਸ ਹੈ। ਠੀਕ ਹੈ। ਡਰੱਗਸ ਦੇ ਵਿੱਚ ਦੋਵੇਂ ਤਰ੍ਹਾਂ ਦੇ ਕੈਮੀਕਲਸ ਆਪਾਂ ਕਰ ਸਕਦੇ ਹਾਂ। ਵੀ ਕੈਨ ਇਨਕਲੂਡ ਬੋਥ ਦ ਟਾਈਪ ਆਫ ਕੈਮੀਕਲਸ ਲਾਈਕ ਵਨ ਇਜ਼ ਦੀ ਪੋਇਜ਼ਨਸ ਐਂਡ ਵਨ ਆਰ ਦਾ ਮੈਡੀਸਿਨਸ ਜੋ ਕਿ ਬੇਸਿਕਲੀ ਐਸੇ ਡਰੱਗਸ ਨੇ ਜਿਹੜੇ ਆਪਾਂ ਨੂੰ ਕਿਸੇ ਬਿਮਾਰੀ ਤੋਂ ਬਚਾਉਂਦੇ ਨੇ ਅਤੇ ਪੋਇਜ਼ਨਸ ਜਿਹੜੇ ਕਿ ਜੇਕਰ ਆਪਾਂ ਕਿਸੇ ਨੂੰ ਜ਼ਿਆਦਾ ਕਿ ਕੈਮੀਕਲਸ ਨੂੰ ਜ਼ਿਆਦਾ ਕੁਆਂਟਿਟੀ ਦੇ ਵਿੱਚ ਲੈ ਲਿਆ ਗਿਆ ਤਾਂ ਦੇ ਮੇ ਬੀ ਹਾਰਮਫੁਲ ਟੂ ਆਵਰ ਬੋਡੀ। ਫੋਰ ਐਗਜ਼ਾਮਪਲ ਜਿਹਨੂੰ ਆਪਾਂ ਡਰੱਗਸ ਵਰਡ ਯੂਜ਼ ਕਰਦੇ ਆ ਲਾਈਕ ਜਿਵੇਂ ਹੀਰੋਇਨ ਹੋ ਗਈ ਸਮੈਕ ਹੋ ਗਈ ਓਪੀਅਮ ਹੋ ਗਿਆ ਦੇ ਕੈਨ ਬੀ ਇਨਕਲੂਡਿਡ ਇਨ ਡਰੱਗਸ ਰਾਈਟ ਪੋਇਜ਼ਨਸ ਵਿੱਚ ਪ੍ਰੋਡਿਊਸ ਪੋਇਜ਼ਨ ਇਨ ਦਾ ਬੋਡੀ ਜਿਹੜੇ ਕਿ ਆਪਣੇ ਸੈਂਟਰਲ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਆ। So then we'll talk about medicines. These are the chemicals which produce a therapeutic biological response and are used in diagnosis, prevention and treatment of the disease. ਜਾਨੀ ਕਿ ਜੋ ਜਿਹੜੇ ਸਾਰੇ chemicals ਜੋ ਸਾਨੂੰ ਠੀਕ ਕਰਦੇ ਆ from any kind of disease that's included in the medicines. And there is another term ਜਿਹੜੀ ਆਪਾਂ ਕੀਮੋਥੈਰੇਪੀ ਯੂ ਮਾਈਟ ਹੈਵ ਹਰਡ ਇਨ ਕੋਈ ਟਿਊਮਰ ਕਿਉਰ ਕਰਨਾ ਹੈ ਕੋਈ ਕੈਂਸਰਸ ਸੈੱਲ ਹੈ ਉਹਨੂੰ ਕਿਉਰ ਕਰਨਾ ਹੈ ਦੈਟ ਕੈਨ ਬੀ ਇਨਕਲੂਡਿਡ ਇਨ ਦਿਸ ਕੀਮੋਥੈਰੇਪੀ। ਸੋ ਕਿਸੇ ਵੀ ਟਰੀਟਮੈਂਟ ਆਫ ਡਿਜ਼ੀਜ਼ਸ ਡਿਊ ਟੂ ਬੈਕਟੀਰੀਅਲ ਇਨਵੇਜ਼ਨ by chemical compounds which destroy the microorganisms without affecting the tissues of the host. The chemicals used for the cure are the chemotherapeutic agents. Like ਮਤਲਬ ਕਿਸੇ ਵੀ ਕੈਮੀਕਲ ਕੰਪਾਊਂਡ ਨੂੰ ਆਪਣੀ ਬੋਡੀ ਦੇ ਵਿੱਚ ਲੈ ਕੇ ਜਾਣਾ ਉਸ ਦੇ ਵਿੱਚ ਉਸ ਦਾ ਇਨਵੇਡ ਕਰਨਾ ਬਾਏ ਬੈਕਟੀਰੀਆ ਅਤੇ ਜੋ ਵੀ ਬੋਡੀ ਦੇ ਵਿੱਚ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈ ਜੋ ਵੀ ਆਪਾਂ ਨੂੰ ਹਾਰਮ ਕਰਦੇ ਪਏ ਆ ਉਹਨਾਂ ਨੂੰ ਠੀਕ ਕਰਨਾ ਐਸੇ ਕੈਮੀਕਲਸ ਨੂੰ ਕੀਮੋਥੈਰੇਪਿਕ ਏਜੰਟਸ ਕਹਿੰਦੇ ਨੇ ਅਤੇ ਜਿਹੜੀ ਉਹਦੀ ਪੂਰੀ ਜਿਹੜਾ ਫਿਨੋਮੀਨਾ ਹੈ ਜਿਹੜੀ ਥੈਰੇਪੀ ਹੈ ਦੈਟ ਇਜ਼ ਕੀਮੋਥੈਰੇਪੀ। ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਜ਼ਿਆਦਾ ਡਰੱਗਸ ਬਾਰੇ ਗੱਲ ਕਰਨੀ ਯਾਨੀ ਕਿ ਆਪਾਂ ਜਦੋਂ ਕੋਈ ਮੈਡੀਸਿਨ ਵੀ ਈਟ ਮੈਡੀਸਿਨ ਵੀ ਕੰਜ਼ਿਊਮ ਅ ਮੈਡੀਸਿਨ ਹਾਊ ਇਟ ਪ੍ਰੋਡਿਊਸਿਸ ਦਾ ਬਾਇਓਲੋਜੀਕਲ ਰਿਸਪੌਂਸ ਆਪਾਂ ਕਿਵੇਂ ਠੀਕ ਹੁੰਦੇ ਹਾਂ ਆਪਾਂ ਨੂੰ ਜਾਂ ਉਸ ਡਰੱਗ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੈਂ ਇੱਥੇ ਜਾ ਕੇ ਟਾਰਗੇਟ ਕਰਨਾ ਹੈ ਇਹ ਚੀਜ਼ ਦੁੱਖ ਰਹੀ ਹੈ ਜਾਂ ਇੱਥੇ ਟਰੀਟਮੈਂਟ ਰਿਕੁਆਇਰਮੈਂਟ ਹੈ ਉਹ ਆਪਾਂ ਨੂੰ ਕਿਵੇਂ ਪਤਾ ਚੱਲੂਗੀ। So ਉਹਦੇ ਵਿੱਚ we have to discuss now how the designing of a drug is done, right? The ideal requirement of the drug is that on administration ਜਦੋਂ ਉਹ ਕੋਈ host ਉਹਨੂੰ ਲੈਂਦਾ ਹੈ it should be localized at the site where it is required. ਇਹਦਾ ਮਤਲਬ ਇਹ ਹੋਇਆ ਕਿ ਜਦੋਂ ਕੋਈ ਡਰੱਗ ਬਣਾਉਂਦੇ ਆ ਤਾਂ ਉਹਨੂੰ ਬੋਡੀ ਦੇ ਵਿੱਚ ਯਾਨੀ ਕਿ ਕੋਈ ਪੇਨ ਹੈ ਆਪਾਂ ਨੂੰ ਕੋਈ ਪੇਨ ਹੋ ਰਹੀ ਹੈ ਰਾਈਟ ਮੈਡੀਸਿਨ ਨੂੰ ਕਿਵੇਂ ਪਤਾ ਚੱਲੇਗਾ ਕਿ ਮੈਂ ਲਾਈਕ
ਆਪਾਂ ਨੂੰ ਮੈਡੀਸਿਨ ਇਸ ਤਰੀਕੇ ਦੇ ਨਾਲ ਡਿਜ਼ਾਈਨ ਕਰਨੀ ਪੈਣੀ ਹੈ ਕਿ ਉਹ ਮੈਡੀਸਿਨ ਉਸ ਜਗ੍ਹਾ ਤੇ ਜਾ ਕੇ ਅਟੈਕ ਕਰੇ ਜਿੱਥੇ ਆਪਾਂ ਨੂੰ ਪੇਨ ਹੋ ਰਹੀ ਹੈ, ਰਾਈਟ। ਸੋ ਇਟ ਸ਼ੁੱਡ ਬੀ ਲੋਕਲਾਈਜ਼ਡ ਐਟ ਦ ਸਾਈਟ ਵੇਅਰ ਇਟ ਇਜ਼ ਰਿਕੁਆਇਰਡ। ਕੋਈ ਸਟਮਕ ਪ੍ਰੋਬਲਮ ਹੈ ਤੇ ਉਹ ਜਿਹੜਾ ਡਰਗ ਹੈ ਉਹ ਸਟਮਕ ਵਿੱਚ ਹੀ ਜਾਵੇ, ਉੱਥੇ ਹੀ ਜਾ ਕੇ ਕੀ ਕਰੇ, ਉਸ ਨੂੰ ਟਾਰਗੇਟ ਕਰੇ ਜਿਹੜੀ ਕਿ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਯੂ ਗੈਟਿੰਗ ਮਾਈ ਪੁਆਇੰਟ। ਇਸ ਤਰ੍ਹਾਂ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਪੈਣਾ ਕਿ ਆਪਾਂ ਡਰਗ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਕਰਨਾ ਹੈ। ਸੋ ਜਦੋਂ ਆਪਾਂ ਕੋਈ ਡਰਗ ਡਿਜ਼ਾਈਨ ਕਰਦੇ ਹਾਂ ਆਪਾਂ ਨੂੰ ਦੋ ਕੰਸੀਡਰੇਸ਼ਨਸ ਰੱਖਣੀਆਂ ਪੈਣੀਆਂ। ਵਨ ਇਜ਼ ਦੀ ਡਰਗ ਟਾਰਗੇਟ, ਅਨਦਰ ਇਜ਼ ਦੀ ਡਰਗ ਮੈਟਾਬੋਲਿਜ਼ਮ। ਡਰਗ ਟਾਰਗੇਟ ਦਾ ਮਤਲਬ ਹੈ ਕਿ ਜਦੋਂ ਤੁਸੀਂ ਕੋਈ ਮੈਡੀਸਿਨ ਖਾਧੀ ਹੈ ਜਾਂ ਕੋਈ ਡਰਗ ਹੈ ਜਿਹੜਾ ਕਿ ਆਪਾਂ ਕੰਜ਼ਿਊਮ ਕੀਤਾ ਹੈ, ਉਹ ਕਿੱਥੇ ਜਾ ਕੇ ਟਾਰਗੇਟ ਕਰੂਗਾ, ਰਾਈਟ, ਕਿੱਥੇ ਜਾ ਕੇ ਟਾਰਗੇਟ ਕਰੂਗਾ। ਟਾਰਗੇਟ ਵਾਸਤੇ ਆਪਣੀ ਬਾਡੀ ਦੇ ਵਿੱਚ ਬਾਇਓਮੋਲੀਕਿਊਲਸ ਨੇ, ਜਿਵੇਂ ਕਿ ਕਾਰਬੋਹਾਈਡਰੇਟਸ ਹੈ, ਲਿਪਿਡਸ ਹੈ, ਪ੍ਰੋਟੀਨਸ ਹੈ, ਨਿਊਕਲਿਕ ਐਸਿਡਸ ਹੈ। ਜਦੋਂ ਕੋਈ ਜੇਕਰ ਤੁਸੀਂ ਇਸ ਦੇ ਮਤਲਬ ਯਾਨੀ ਕਿ ਕੋਈ ਡਰਗ ਬਣਾਇਆ ਹੈ ਤੇ ਇਸ ਤਰੀਕੇ ਦੇ ਨਾਲ ਬਣਾਇਆ ਹੈ ਕਿ ਉਹ ਜਦੋਂ ਤੁਸੀਂ ਕੰਜ਼ਿਊਮ ਕਰੋਗੇ, ਕੋਈ ਪੇਸ਼ੈਂਟ ਕੰਜ਼ਿਊਮ ਕਰੂਗਾ ਕਿ ਉਹਨੇ ਜਾ ਕੇ ਕਿਹੜੇ ਮੋਲੀਕੂਲਰ ਟਾਰਗੇਟ 'ਤੇ ਮਤਲਬ ਇੰਟਰੈਕਟ ਕਰਨਾ ਹੈ, ਕਿ ਉਹਨੇ ਕਾਰਬੋਹਾਈਡਰੇਟਸ 'ਤੇ ਅਟੈਕ ਕਰਨਾ, ਲਿਪਿਡਸ 'ਤੇ ਅਟੈਕ ਕਰਨਾ, ਪ੍ਰੋਟੀਨਸ 'ਤੇ ਕਿ ਨਿਊਕਲਿਕ ਐਸਿਡਸ 'ਤੇ, ਰਾਈਟ। The correct choice of the target for a drug is important in order to obtain its desired therapeutic ਇਫੈਕਟ, ਰਾਈਟ। ਜਿਵੇਂ ਹੁਣ ਕੋਈ ਵੀ ਹੈ ਆਪਾਂ ਨੂੰ, ਜਿਵੇਂ ਹੁਣ ਬਿਮਾਰੀ ਚੱਲ ਰਹੀ ਹੈ, ਰਾਈਟ, ਕਰੋਨਾ ਵਾਇਰਸ। ਹੁਣ ਦਾ ਥਿੰਗ ਇਜ਼ ਕਿ ਜਿਹੜੀਆਂ ਮੈਡੀਸਿਨਸ ਹੈ, ਜਿਹੜੇ ਸਾਇੰਟਿਸਟਸ ਹੈ ਉਹ ਮੈਡੀਸਿਨ ਬਣਾ ਰਹੇ ਹੈ, ਵੈਕਸੀਨ ਬਣਾ ਰਹੇ ਹੈ, ਅਤੇ ਉਹ ਜਿਹੜੀ ਵੈਕਸੀਨ ਤਿਆਰ, ਜਿਹੜੇ ਅਲੱਗ-ਅਲੱਗ ਸਾਇੰਟਿਸਟ ਵੈਕਸੀਨ ਤਿਆਰ ਕਰ ਰਹੇ ਹੈ, ਕੋਈ DNA ਨੂੰ ਟਾਰਗੇਟ ਕਰ ਰਿਹਾ, ਕੋਈ RNA ਨੂੰ ਟਾਰਗੇਟ ਕਰ ਰਿਹਾ, ਠੀਕ ਹੈ, ਕੋਈ ਪ੍ਰੋਟੀਨ ਨੂੰ ਟਾਰਗੇਟ ਕਰ ਰਿਹਾ। ਸੋ ਜਿਹੜੀਆਂ ਮੈਡੀਸਿਨਸ ਹੈ ਇਸ ਤਰੀਕੇ ਦੇ ਨਾਲ ਬਣਾਈਆਂ ਜਾ ਰਹੀਆਂ ਕਿ ਉਹ ਜਿਹੜਾ ਮੈਡੀਸਿਨ ਹੈ ਉਹ ਕਿੱਥੇ ਜਾ ਕੇ ਅਟੈਕ ਕਰੇ। ਉਹ ਪ੍ਰੋਟੀਨ 'ਤੇ ਅਟੈਕ ਕਰੂਗਾ, ਕਿ RNA 'ਤੇ ਅਟੈਕ ਕਰੂਗਾ, ਕਿ DNA 'ਤੇ ਅਟੈਕ ਕਰੂਗਾ। ਦੈਟ ਇਜ਼ ਇਨਕਲੂਡਡ ਇਨ ਦੀ ਡਰਗ ਟਾਰਗੇਟ, ਰਾਈਟ। ਡਰਗ ਟਾਰਗੇਟ ਤੋਂ ਬਾਅਦ ਹੈਗਾ ਡਰਗ ਮੈਟਾਬੋਲਿਜ਼ਮ, ਠੀਕ ਹੈ। ਹੁਣ ਸਪੋਜ਼ ਡਰਗ ਮੈਟਾਬੋਲਿਜ਼ਮ ਦਾ ਮਤਲਬ ਇਹ ਹੈ ਕਿ ਕੋਈ ਡਰਗ ਤੁਸੀਂ ਲਿਆ, ਉਹਨੇ ਅਬ ਸਪੋਜ਼ ਸਟਮਕ ਤੱਕ ਪਹੁੰਚਣਾ ਹੈ, ਤਾਂ ਸਟਮਕ ਤੱਕ ਉਹ ਐਕਚੁਅਲੀ ਸੇਫਲੀ ਉੱਥੇ ਪਹੁੰਚ ਜਾਵੇ, ਰਸਤੇ ਦੇ ਵਿੱਚ ਨਾ ਉਹ ਖਤਮ ਹੋ ਜਾਵੇ, ਰਾਈਟ। ਇਸ ਦਾ ਵੀ ਆਪਾਂ ਨੂੰ ਧਿਆਨ ਦੇਣਾ ਪੈਣਾ। ਦੈਟ ਇਜ਼ ਇਨਕਲੂਡਡ ਇਨ ਦੀ ਡਰਗ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਦਾ ਮਤਲਬ ਹੈ ਕੋਈ ਰਿਐਕਸ਼ਨ ਹੋ ਕੇ ਖਤਮ ਹੋ ਜਾਣਾ, ਉੱਥੇ ਹੀ ਆਪਣਾ ਉਸਨੇ ਰਿਸਪੌਂਸ। ਹੁਣ ਆਪਾਂ ਨੂੰ ਚਾਹੀਦਾ ਉਹ ਮੈਡੀਸਿਨ ਸਟਮਕ ਦੇ ਵਿੱਚ ਹੈ, ਅਤੇ ਜੇ ਉਹ ਰਾਹ ਦੇ ਵਿੱਚ ਹੀ ਖਤਮ ਹੋ ਜਾਏ ਜਾਂ ਮੂੰਹ ਦੇ ਵਿੱਚ ਹੀ ਡਿਜ਼ੋਲਵ ਹੋ ਜਾਏ, ਖਤਮ ਹੋ ਜਾਏ, ਐਂ ਤਾਂ ਪਰਪਸ ਸੋਲਵ ਨਹੀਂ ਨਾ ਹੋਇਆ। ਸੋ ਡਰਗ ਮੈਟਾਬੋਲਿਜ਼ਮ ਦਾ ਕੀ ਮਤਲਬ ਹੈ ਕਿ a drug travels through the human system in order to reach the target, right? So the drug should be designed in such a way that it reaches the target without being metabolized in between. Moreover, after its action, ਜਦੋਂ ਉਸਨੇ ਪ੍ਰੋਡਿਊਸ ਕਰ ਲਿਆ ਤਾਂ ਕੁਝ ਸਾਈਡ ਪ੍ਰੋਡਕਟਸ ਬਣ ਗਏ, ਕਿਉਂਕਿ ਪਾਰਟਿਕੂਲਰਲੀ ਰਿਐਕਸ਼ਨ ਹੋਈ ਹੈ। ਤਾਂ ਜਿਹੜੇ ਸਾਈਡ ਪ੍ਰੋਡਕਟਸ ਹੈ ਉਹ ਆਪਣੀ ਬੋਡੀ ਦੇ ਵਿੱਚ ਕੋਈ ਹੋਰ ਹਾਰਮ ਨਾ ਪ੍ਰੋਡਿਊਸ ਕਰਨ, ਇਸ ਕਰਕੇ ਉਹਨਾਂ ਦਾ ਐਕਸਕ੍ਰੀਸ਼ਨ ਵੀ ਇੰਪੋਰਟੈਂਟ ਹੈ, right? Moreover, after its action, the side products of the drug should be excreted without causing any harm to the body. So now, while designing a drug, the knowledge of physiological function of the drug target in the body is required, right? ਵੀ ਉਹਨਾਂ ਜਦੋਂ ਆਪਾਂ ਕੋਈ ਡਰਗ ਬਣਾਇਆ ਹੈ ਉਹ ਆਪਣੀ ਬੋਡੀ ਦੇ ਵਿੱਚ ਕੀ ਫਿਜ਼ੀਓਲੋਜੀਕਲ ਉਹਦਾ ਫੰਕਸ਼ਨ ਹੈ ਉਹਦਾ ਵੀ ਆਪਾਂ ਨੂੰ ਜਾਣਨਾ ਜ਼ਰੂਰੀ ਹੈ। ਮੇਰਾ ਕਹਿਣ ਦਾ ਮਤਲਬ ਕੀ ਹੈ, ਇਟ ਹੈਲਪਸ ਇਨ ਚੂਜ਼ਿੰਗ ਅ ਕੰਪਾਊਂਡ which can interact with the target and is likely to be therapeutically active. These compounds are called lead compounds and are chosen as starting points for the drug designing. The lead compounds may be obtained from natural sources such as plants, trees, venoms and metabolites of microorganisms, or they may be synthesized. मतलब drug ਜਦੋਂ ਬਣਾਇਆ ਹੈ ਤਾਂ ਕਿਹਦੇ ਤੋਂ ਬਣਾਇਆ ਜਾਊਗਾ, ਲਾਈਕ ਮੇਨ ਉਹਦਾ ਕੰਪਾਊਂਡ ਕੀ ਹੈ, ਉਸ ਨੂੰ ਲੀਡ ਕੰਪਾਊਂਡ ਕਹਿੰਦੇ ਆ। ਉਹ ਲੀਡ ਕੰਪਾਊਂਡ ਕਿਤੋਂ ਵੀ ਓਬਟੇਨ ਹੋ ਸਕਦਾ ਹੈ, ਪਲਾਂਟਸ ਤੋਂ ਹੋਵੇ, ਟਰੀਜ਼ ਤੋਂ ਹੋਵੇ, ਵਿਨੋਮਸ ਤੋਂ ਹੋਵੇ, ਵਿਨੋਮ ਮਤਲਬ ਜ਼ਹਿਰ ਤੋਂ ਹੋਵੇ,
ਮੈਟਾਬੋਲਾਈਟਸ ਆਫ ਮਾਈਕਰੋ ਆਰਗੈਨਿਜ਼ਮਸ ਹੋਵੇ ਜਾਂ ਆਪਾਂ ਉਹਨਾਂ ਨੂੰ ਕੈਮੀਕਲੀ ਸਿੰਥੇਸਾਈਜ਼ ਕਰ ਸਕਦੇ ਹਾਂ, ਰਾਈਟ। ਇਹ ਹੈ। ਸੋ ਦਿਸ ਵਾਜ਼ ਹੋਲ ਆਪਾਂ ਕੀ ਵਟ ਵੀ ਆਪਾਂ ਨੂੰ ਕੀ ਵਟ ਥਿੰਗਸ ਯੂ ਹੈਵ ਟੂ ਕੀਪ ਇਨ ਮਾਈਂਡ ਬਿਫੋਰ ਡਿਜ਼ਾਈਨਿੰਗ ਅ ਡਰਗ ਫॉर दैट पर्टिकुलर ਡਿਜ਼ੀਜ਼। ਆਪਾਂ ਨੂੰ ਮੈਡੀਸਿਨ ਬਣਾਉਣੀ ਹੈ ਤਾਂ ਆਪਾਂ ਨੂੰ ਕੀ ਨਜ਼ਰ ਵਿੱਚ ਰੱਖ ਕੇ ਆਪਾਂ ਉਹ ਚੀਜ਼ ਬਣਾ ਸਕਦੇ ਹਾਂ। ਹੁਣ ਆਪਾਂ ਡਰੱਗਸ, ਜਿੰਨੇ ਵੀ ਡਰੱਗਸ ਹੈ ਉਹਨਾਂ ਨੂੰ ਬੇਸਿਕਲੀ 4 ਵੇਜ਼ ਦੇ ਵਿੱਚ ਆਪਾਂ ਕਲਾਸੀਫਾਈ ਕਰ ਸਕਦੇ ਹਾਂ। ਸਭ ਤੋਂ ਪਹਿਲੇ ਕਲਾਸੀਫਿਕੇਸ਼ਨ ਆਫ ਡਰੱਗ ਕੀਤੀ ਜਾਂਦੀ ਹੈ ਔਨ ਦਾ ਬੇਸਿਸ ਆਫ ਫਾਰਮਾਕੋਲੋਜੀਕਲ ਇਫੈਕਟ, on the basis of action on particular biochemical process, on the basis of chemical structure, on the basis of molecular targets, right? ਹੁਣ ਇਹਨਾਂ ਨੂੰ ਆਪਾਂ ਇੰਡੀਵਿਜੂਅਲੀ ਸਟੱਡੀ ਕਰਦੇ ਹਾਂ। on the basis of pharmacological effect, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਡਾਕਟਰਸ ਵਾਸਤੇ ਤੇ ਫਾਰਮੇਸੀ ਵਾਸਤੇ, ਰਾਈਟ। ਫਾਰਮੇਸੀ ਜਿਹੜੇ ਕਿ ਫਾਰਮਾਸਿਸਟ ਹੁੰਦੇ ਆ, ਜਿਨ੍ਹਾਂ ਤੋਂ ਆਪਾਂ ਮੈਡੀਸਿਨ, ਜਿਨ੍ਹਾਂ ਨੂੰ ਤੁਸੀਂ ਕੈਮਿਸਟ ਕਹਿੰਦੇ ਹੋ, ਐਕਚੁਅਲੀ ਉਹ ਕੈਮਿਸਟ ਨਹੀਂ ਹੈ, ਦੈਟ ਇਜ਼ ਫਾਰਮਾਸਿਸਟ, ਰਾਈਟ। ਇਹ ਜਿਹੜੀ ਕਲਾਸੀਫਿਕੇਸ਼ਨ ਹੈ ਦੈਟਸ ਦੀ ਮੋਸਟ ਯੂਜ਼ਫੁਲ ਫॉर ਦੀ ਡਾਕਟਰਸ। ਯਾਨੀ ਕਿ ਫਾਰਮਾਕੋਲੋਜੀਕਲ ਇਫੈਕਟ 'ਚ ਵੀ ਕੀ ਹੁੰਦਾ ਹੈ, ਆਈ ਟੈਲ ਯੂ। ਇਹਦੇ ਵਿੱਚ ਕੀ ਹੁੰਦਾ ਹੈ, ਇਟ ਇਜ਼ ਯੂਜ਼ਫੁਲ ਫॉर ਦ ਡਾਕਟਰਸ। ਕਿਉਂ ਯੂਜ਼ਫੁਲ ਹੈ ਫਾਰਮਾਕੋਲੋਜੀਕਲ ਇਫੈਕਟ ਵਾਲੇ, ਯਾਨੀ ਕਿ ਜਿਹੜੇ ਡਰੱਗਸ ਹੈ ਉਹਨਾਂ ਨੂੰ ਔਨ ਦਾ ਬੇਸਿਸ ਆਫ ਫਾਰਮਾਕੋਲੋਜੀਕਲ ਇਫੈਕਟ ਦੇ ਵਿਦ ਰਿਸਪੈਕਟ ਆਪਾਂ ਸਾਰੇ ਕਲਾਸੀਫਾਈ ਕਰਦੇ ਹਾਂ। It is useful for doctors because it provides them the whole range of drugs available for the treatment of a particular type of health problems, right? ਜਿਵੇਂ ਆਪਾਂ ਨੂੰ ਇੱਕ broad category ਹੈ analgesic ਮਤਲਬ ਜਿੰਨੇ ਵੀ ਡਰੱਗਸ ਐਨਲਜੈਸਿਕ ਹੈ ਉਹਨਾਂ ਨੂੰ ਇੱਕ ਕਲਾਸ ਦੇ ਵਿੱਚ ਆਪਾਂ ਰੱਖਿਆ ਗਿਆ। ਐਨਲਜੈਸਿਕ ਜਿਹੜੇ ਕਿ ਪੇਨ ਨੂੰ ਖ਼ਤਮ ਕਰਦੇ ਆ, ਜਿਵੇਂ ਪੈਰਾਸੀਟਾਮੋਲ ਹੋ ਗਿਆ, ਕਰੋਸਿਨ ਪੈਰਾਸੀਟਾਮੋਲ ਹੋ ਗਈ, ਬਰੂਫਨ ਹੈ, ਜਿਹੜੇ ਆਪਾਂ ਡੇਲੀ ਲਾਈਫ 'ਚ ਪੇਨ ਕਿਲਰ ਯੂਜ਼ ਕਰਦੇ, ਦੇਰ ਆਰ ਐਨਲਜੈਸਿਕਸ। ਉਹਨਾਂ ਦੇ ਨਾਮ ਅੱਡ ਅੱਡ ਹੈ ਬਿਕੋਜ਼ ਉਹਨਾਂ ਦੇ ਵਿੱਚ ਕੈਮੀਕਲਸ ਅੱਡ ਅੱਡ ਹੈ, ਬਟ ਦੇ ਆਰ ਬਰੋਡਲੀ ਕਲਾਸੀਫਾਈਡ ਐਜ਼ ਐਨਲਜੈਸਿਕ। तो ਤੁਹਾਨੂੰ ਜੇਕਰ ਕੋਈ ਪ੍ਰੋਬਲਮ ਹੈ, ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਕੋਈ ਪੇਨ ਹੈ ਤਾਂ ਹੀ ਵਿਲ ਰਿਕਮੈਂਡ ਐਨਲਜੈਸਿਕ, ਰਾਈਟ। ਵੀ ਐਨਲਜੈਸਿਕ ਹੀ ਇਸ ਬਿਮਾਰੀ ਦਾ ਕਿਉਰ ਹੈ। ਹੁਣ ਐਂਟੀਬਾਇਓਟਿਕਸ ਦੇ ਹੈਵ ਐਂਟੀ ਮਾਈਕਰੋਬੀਅਲ ਪ੍ਰੋਪਰਟੀਜ਼। ਹੁਣ ਐਂਟੀਬਾਇਓਟਿਕਸ ਕਦੋਂ ਲਏ ਜਾਂਦੇ, ਜਦੋਂ ਕੋਈ ਬੈਕਟੀਰੀਅਲ ਇਨਫੈਕਸ਼ਨ ਹੋਵੇ, ਜਦੋਂ ਆਪਾਂ ਨੂੰ ਕੋਈ ਬੋਡੀ ਦੇ ਵਿੱਚ ਬੈਕਟੀਰੀਅਲ ਇਨਫੈਕਸ਼ਨ ਹੈ, ਕੋਈ ਥਰੋਟ ਦੀ ਹੈ, ਕੋਈ ਰੇਸ਼ੇ ਦੀ ਹੈ, ਤਾਂ ਆਪਾਂ ਅੱਡ ਤਰ੍ਹਾਂ ਦੇ ਐਂਟੀਬਾਇਓਟਿਕਸ ਲੈਂਦੇ ਹਾਂ। ਕੋਈ ਹੋਰ ਬੈਕਟੀਰੀਅਲ ਸਕਿਨ 'ਤੇ ਹੋ ਗਈ ਹੈ ਬੈਕਟੀਰੀਅਲ ਇਨਫੈਕਸ਼ਨ, ਤਾਂ ਆਪਾਂ ਹੋਰ ਤਰ੍ਹਾਂ ਦੇ ਐਂਟੀਬਾਇਓਟਿਕਸ ਲੈਂਦੇ ਹਾਂ। ਬਟ ਜੋ ਵੀ ਮਾਈਕਰੋਬਸ 'ਤੇ ਇਫੈਕਟ ਕਰ ਰਿਹਾ ਹੈ, ਦੇ ਆਰ ਇਨਕਲੂਡਡ ਇਨ ਦੀ ਐਂਟੀਬਾਇਓਟਿਕਸ। ਨੈਕਸਟ ਕਲਾਸ ਇਜ਼ ਟ੍ਰੈਂਕੁਲਾਈਜ਼ਰਸ, ਜੋ ਕਿ ਮੈਂਟਲ ਸਟ੍ਰੈਸ ਤੋਂ ਰਿਡਿਊਸ ਕਰਦੇ ਆ। ਟ੍ਰੈਂਕੁਲਾਈਜ਼ਰਸ ਦੇ ਵਿੱਚ ਮੇ ਬੀ ਐਂਟੀ ਡਿਪਰੈਸੈਂਟਸ ਹੈ, ਕੋਈ ਸਲੀਪ ਇੰਡਿਊਸਿੰਗ ਹੈ, ਯਾਨੀ ਕਿ ਬੇਸਿਕਲੀ ਸਟ੍ਰੈਸ ਨੂੰ ਰਿਡਿਊਸ ਕਰਨਾ ਹੈ, ਤੇ ਉਹਦੇ ਵਿੱਚ ਅੱਡ ਕਲਾਸੀਫਿਕੇਸ਼ਨ ਹੈ। ਬਟ ਬਰੋਡਲੀ ਆਪਾਂ ਉਹਨਾਂ ਨੂੰ ਕੀ ਕਹਿ ਦਿੰਦੇ ਹਾਂ, ਟ੍ਰੈਂਕੁਲਾਈਜ਼ਰਸ। ਸੋ ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਇਜ਼ ਕਿ ਕਿਹੜੀ ਕਲਾਸੀਫਿਕੇਸ਼ਨ ਡਾਕਟਰਸ ਵਾਸਤੇ ਮੋਸਟ ਯੂਜ਼ਫੁਲ ਹੈ, ਦੈਟ ਇਜ਼ ਦੀ ਫਾਰਮਾਕੋਲੋਜੀਕਲ ਇਫੈਕਟ। Next is on the basis of the action on a particular biochemical process. ਹੁਣ ਇਹਦੇ ਵਿੱਚ ਕੀ ਹੈ, ਕੋਈ ਡਰਗ, ਰਾਈਟ, ਜਿਹਦਾ ਵੇ ਆਫ ਵਰਕਿੰਗ ਸੇਮ ਹੈ, ਉਹਨੂੰ ਇੱਕ ਕਲਾਸੀਫਿਕੇਸ਼ਨ ਦਿੱਤੀ ਗਈ ਹੈ ਇਸ ਕੈਟੇਗਰੀ ਦੇ ਵਿੱਚ, ਰਾਈਟ। ਉਹਦੇ ਵਿੱਚ ਕੀ, ਇਟ ਇਜ਼ ਬੇਸਡ ਅਪੋਨ ਦੀ ਐਕਸ਼ਨ ਆਫ ਅ ਡਰਗ ਔਨ ਅ ਪਰਟੀਕੂਲਰ ਬਾਇਓਕੈਮੀਕਲ ਪ੍ਰੋਸੈਸ। ਹੁਣ ਜਿਵੇਂ ਕਿ ਇਹਦੇ ਵਿੱਚ ਐਗਜ਼ਾਮਪਲ ਹੈ ਐਂਟੀਹਿਸਟਾਮਿਨ। ਐਂਟੀਹਿਸਟਾਮਿਨ ਸਮਝਣ ਵਾਸਤੇ ਤੁਹਾਨੂੰ ਪਹਿਲਾਂ ਇਹ ਪਤਾ, ਆਪਣੀ ਬੋਡੀ ਦੇ ਵਿੱਚ ਇੱਕ ਕੈਮੀਕਲ ਹੈ, ਇੱਕ ਕੰਪਾਊਂਡ ਹੈ ਹਿਸਟਾਮਿਨ। ਉਹ ਅਲੱਗ-ਅਲੱਗ ਕਾਜ਼ ਕਰਦਾ ਪ੍ਰੋਬਲਮ। ਜੇਕਰ ਉਹ ਸਟਮਕ ਦੇ ਵਿੱਚ ਪ੍ਰੋਡਿਊਸ ਹੋ ਰਿਹਾ ਹਿਸਟਾਮਿਨ ਤਾਂ ਉਹ ਐਸਿਡਿਟੀ ਕਾਜ਼ ਕਰ ਰਿਹਾ, ਤੇ ਜੇ ਉਹ ਆਪਣੇ ਰੈਸਪੀਰੇਟਰੀ ਯਾਨੀ ਕਿ ਲੰਗਸ ਦੇ ਵਿੱਚ ਜਾਂ ਆਪਣੇ ਰੈਸਪੀਰੇਟਰੀ ਜਿਹੜਾ ਟਰੈਕਟ ਹੈ ਉਹਦੇ ਵਿੱਚ ਪ੍ਰੋਡਿਊਸ ਹੋ ਰਿਹਾ, ਦੈਨ ਇਟ ਕਾਜ਼ਸ ਐਲਰਜੀ, ਛਿੱਕਾਂ ਵਗੈਰਾ, ਇਨਫਲੇਮੇਸ਼ਨ ਹੋ ਰਹੀ ਹੈ, ਰਾਈਟ। ਤਾਂ ਉਹਦੇ ਵਿੱਚ ਉਹ ਯੂਜ਼ ਹੁੰਦਾ ਹੈ। ਤਾਂ ਜਿਹੜਾ ਹਿਸਟਾਮਿਨ ਨੂੰ ਰੋਕ ਰਿਹਾ ਹੈ,
ਭਾਵੇਂ ਉਹ ਸਟਮਕ 'ਚ ਪ੍ਰੋਡਿਊਸ ਹੋ ਰਿਹਾ ਤੇ ਭਾਵੇਂ ਉਹ ਰੈਸਪੀਰੇਟਰੀ ਟਰੈਕਟ, ਦੇਖੋ ਦੋਵੇਂ ਚੀਜ਼ਾਂ ਅੱਡ ਅੱਡ ਹੈ। ਰੈਸਪੀਰੇਟਰੀ ਟਰੈਕਟ ਦੇ ਵਿੱਚ ਜੋ ਪ੍ਰੋਡਿਊਸ ਹੋ ਰਿਹਾ ਦੈਟ ਇਜ਼ ਸਮਥਿੰਗ ਐਲਸ, ਉਹ ਕੋਈ ਅੱਡ ਡਿਜ਼ੀਜ਼ ਕਰ ਰਿਹਾ ਹੈ। ਜਿਹੜਾ ਸਟਮਕ ਦੇ ਵਿੱਚ ਹੋ ਰਿਹਾ ਦੈਟ ਉਹ ਕੋਈ ਅੱਡ ਡਿਜ਼ੀਜ਼, ਉਹ ਕੋਈ ਅੱਡ ਡਿਜ਼ੀਜ਼ ਕਾਜ਼ ਕਰ ਰਿਹਾ ਹੈ। ਬਟ ਆਪਾਂ ਹਿਸਟਾਮਿਨ ਨੂੰ ਰੋਕਣਾ ਹੈ ਬਿਕੋਜ਼ ਦਾ ਮੇਨ ਕਾਜ਼ ਇਜ਼ ਦੀ ਪ੍ਰੋਡਕਸ਼ਨ ਆਫ ਦੀ ਹਿਸਟਾਮਿਨ। ਆਪਾਂ ਹਿਸਟਾਮਿਨ ਨੂੰ ਰੋਕਣਾ ਹੈ। ਸੋ ਜਿਹੜੀ ਹਿਸਟਾਮਿਨ ਨੂੰ ਰੋਕਣ ਵਾਸਤੇ ਜਿਹੜੀ ਮੈਡੀਸਿਨ ਹੈ ਦੈਟ ਇਜ਼ ਕੰਕਲੂਡਡ ਅੰਡਰ ਦੀ ਐਂਟੀਹਿਸਟਾਮਿਨ। All antihistamine inhibit the action of the compound histamine, which produces symptoms of allergic reactions such as inflammation in the body. There are various ways in which the action of histamines can be blocked. Next is the on the basis of the chemical structure. ਉਹ ਸਾਰੇ ਡਰੱਗਸ ਜਿਨ੍ਹਾਂ ਦੇ ਵਿੱਚ ਸੇਮ ਤਰ੍ਹਾਂ ਦੇ ਕੈਮੀਕਲਸ ਯੂਜ਼ ਕੀਤੇ ਜਾਂਦੇ ਆ ਉਹਨੂੰ ਇਸ ਕਲਾਸ ਦੇ ਵਿੱਚ ਆਪਾਂ ਰੱਖਦੇ ਹਾਂ। It is based upon the chemical structure of the drug. The drugs classified in this way have common structural features ਤੇ ਉਹਨਾਂ ਦਾ pharmacological effect ਵੀ same ਹੀ ਹੋਊਗਾ। ਜਿਵੇਂ ਕਿ ਜਿਹੜੇ ਸਲਫੋਨਾਮਾਈਡਸ ਹੈ ਦੇ ਹੈਵ ਸੇਮ ਸਟਰਕਚਰਲ ਫੀਚਰਸ। ਆ ਸਲਫੋਨਾਮਾਈਡ ਹੈ, ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦਾ ਸਟਰਕਚਰ ਹੋਊਗਾ ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਕੀ ਹੈ, ਦੇ ਹੈਵ ਐਂਟੀ ਬੈਕਟੀਰੀਅਲ ਪ੍ਰੋਪਰਟੀਜ਼। ਸੋ ਉਹ ਸਾਰੇ ਡਰੱਗਸ ਜਿਨ੍ਹਾਂ ਦੇ ਵਿੱਚ ਇਹ ਕੈਮੀਕਲਸ ਦਾ ਸਟਰਕਚਰ ਸੇਮ ਹੈ ਉਹਨਾਂ ਨੂੰ ਇੱਕ ਕਲਾਸ ਦੇ ਵਿੱਚ ਆਪਾਂ ਕਲਾਸੀਫਾਈ ਕੀਤਾ ਗਿਆ ਹੈ, ਜਿਵੇਂ ਕਿ ਸਲਫੋਨਾਮਾਈਡਸ ਹੋ ਗਏ। ਤੇ ਜਿਨ੍ਹਾਂ ਦਾ ਸਟਰਕਚਰ ਸੇਮ ਹੈ ਓਬਵੀਅਸਲੀ ਉਹਨਾਂ ਦਾ ਕੰਮ ਵੀ ਸੇਮ ਹੋਊਗਾ। ਤੇ ਸਲਫੋਨਾਮਾਈਡਸ ਹੈ ਦੇ ਪੋਜ਼ੈਸ ਐਂਟੀ ਬੈਕਟੀਰੀਅਲ ਪ੍ਰੋਪਰਟੀਜ਼, ਜਿੰਨੇ ਵੀ ਸਲਫੋਨਾਮਾਈਡਸ ਹੈਗੇ। Now the fourth classification that's very important for the medicinal chemist ਜਿਹੜੇ ਕਿ drugs ਬਣਾਉਂਦੇ ਹੈ on the basis of molecular targets, यानी कि बॉडी ਦੇ ਵਿੱਚ ਜਾ ਕੇ ਉਸ ਨੂੰ ਕਿਸ ਨੂੰ ਟਾਰਗੇਟ ਕਰਨਾ ਹੈ, ਡਰੱਗ ਨੇ ਪ੍ਰੋਟੀਨ ਨੂੰ ਟਾਰਗੇਟ ਕਰਨਾ ਹੈ, ਕਾਰਬੋਹਾਈਡਰੇਟਸ ਨੂੰ ਟਾਰਗੇਟ ਕਰਨਾ ਹੈ, ਨਿਊਕਲਿਕ ਐਸਿਡਸ ਨੂੰ ਟਾਰਗੇਟ ਕਰਨਾ ਹੈ ਕਿ ਲਿਪਿਡਸ ਨੂੰ ਟਾਰਗੇਟ ਕਰਨਾ ਹੈ। So it is most useful classification for the medicinal chemists. Drugs usually interact with the biomolecules such as proteins, carbohydrates, lipids and nucleic acids. These are called target molecules or drug targets. Drugs possessing some common structural features may have the same mechanism of action on targets. Various enzymes and receptors in the cell are some of the common drug targets. Enzyme बारे पता होगा, receptors may be new word to you. We'll discuss about that. ਹੁਣ ਆਪਾਂ we will divide the discussion into two parts, enzyme ਤੇ receptor separately, like drugs ਤੇ enzyme ਦਾ action, drug ਤੇ receptor ਦਾ action, that we ਉਦੋਂ ਮੈਂ receptor ਬਾਰੇ ਦੱਸੂਗੀ, right? ਉਸ ਤੋਂ ਪਹਿਲਾਂ ਲੈਟਸ ਟਾਕ ਅਬਾਊਟ ਕਿ ਜਿਹੜੇ ਆਪਣੇ ਬੋਡੀ ਦੇ ਵਿੱਚ ਆਪਾਂ ਕੀਤੀ ਨਾ ਆ ਟਾਰਗੇਟਸ ਆ, ਜਿਹੜੇ ਟਾਰਗੇਟ ਮੋਲੀਕਿਊਲਸ ਹੈ ਇਹਨਾਂ ਦਾ ਐਕਚੁਅਲੀ ਬੋਡੀ ਦੇ ਵਿੱਚ ਕੀ ਕੰਮ ਹੈ। The biomolecular ਜਾਂ macromolecules perform various functions in the body. The proteins which perform the role of biological catalyst in the body ਉਹ ਕੀ ਨੇ, enzymes ਨੇ। Proteins which are crucial to the communication system in the body are called as receptors, यानी कि ਜਿਹੜੇ ਮੈਸੇਜ ਪਾਸ ਕਰਦੇ ਆ from one to another cell ਉਹ ਕੀ ਨੇ, receptors। ਜਿਹੜੇ carrier proteins ਹੈ they carry polar molecules across the cell membrane. Nucleic acids है they have coded genetic information, यानी कि DNA हो गया है ना, the information is passed from parents to the offsprings, ਤੁਸੀਂ ਇਸ ਤਰ੍ਹਾਂ ਦੇ ਨਾਲ ਸਮਝ ਸਕਦੇ ਹੋ। ਕਾਰਬੋਹਾਈਡਰੇਟਸ ਦੇ ਆਰ ਸਟਰਕਚਰਲ ਪਾਰਟ ਆਫ ਦੀ ਸੈਲ ਮੈਂਬਰੇਨ। ਕਾਰਬੋਹਾਈਡਰੇਟਸ ਜਿਵੇਂ ਸ਼ੂਗਰਸ ਹੋ ਗਈਆਂ ਦੇ ਫਾਰਮ ਦੀ ਸਟਰਕਚਰਲ ਪਾਰਟ ਆਫ ਦੀ ਸੈਲ ਮੈਂਬਰੇਨ। ਨਾਓ ਲੈਟਸ ਟਾਕ ਅਬਾਊਟ we will talk about drug target interaction, ਜਿਹੜੀ ਆਪਾਂ ਕੀਤੀ ਨਾ ਕਲਾਸੀਫਿਕੇਸ਼ਨ, that's very important for the medicinal chemist, यानी कि medicine ਨੂੰ ਉਸ ਤਰੀਕੇ ਦੇ ਨਾਲ ਚੂਜ਼ ਕਰੋ according to the molecular targets. Now we talk about how this drug target interaction is done. Drug interaction ਦੋ ਤਰੀਕਿਆਂ ਦੇ ਨਾਲ ਹੈ। ਉਦੋਂ ਜਦੋਂ ਡਰੱਗ ਵਾਸਤੇ ਟਾਰਗੇਟ ਹੈ enzyme ਤੇ ਉਦੋਂ ਜਦੋਂ ਡਰੱਗ ਵਾਸਤੇ ਟਾਰਗੇਟ ਹੈਗਾ ਰਿਸੈਪਟਰ ਪ੍ਰੋਟੀਨ, ਰਾਈਟ। ਜਦੋਂ ਡਰੱਗ ਵਾਸਤੇ ਟਾਰਗੇਟ ਹੈਗਾ ਐਨਜ਼ਾਈਮ ਤਾਂ ਡਰੱਗਸ ਦੋ ਤਰੀਕੇ ਦੇ ਹੋ ਸਕਦੇ ਆ, ਕੰਪੀਟੀਟਿਵ ਇਨਹਿਬਿਟਰ, ਨਾਨ ਕੰਪੀਟੀਟਿਵ ਇਨਹਿਬਿਟਰ।
ਤੇ ਜਦੋਂ ਡਰਗ ਨੇ ਟਾਰਗੇਟ ਕਰਨਾ ਰਿਸੈਪਟਰ, ਉਹ ਡਰਗ ਦੋ ਤਰ੍ਹਾਂ ਦੇ ਹੋ ਸਕਦੇ ਆ, ਐਂਟਾਗੋਨਿਸਟਸ ਐਂਡ ਏਗੋਨਿਸਟਸ। ਤੁਸੀਂ ਧਿਆਨ ਨਾਲ ਸਮਝੋ ਇਸ ਗੱਲ ਨੂੰ। ਆਪਾਂ ਗੱਲ ਕਰਨੀ ਹੈ ਡਰਗ ਟਾਰਗੇਟ ਇੰਟਰੈਕਸ਼ਨ, ਯਾਨੀ ਕਿ ਜਦੋਂ ਬੋਡੀ ਦੇ ਵਿੱਚ ਡਰਗ ਗਿਆ ਤਾਂ ਜਦੋਂ ਉਸਨੇ ਟਾਰਗੇਟ ਤੇ ਜਾਣਾ ਹੈ, ਮਤਲਬ ਉੱਥੇ ਉਸਨੇ ਠੀਕ ਕਰਨਾ ਹੈ ਜਾਂ ਕੋਈ ਬਾਇਓਲੋਜੀਕਲ ਰਿਸਪੌਂਸ ਪ੍ਰੋਡਿਊਸ ਕਰਨਾ ਹੈ, ਤਾਂ ਕਿਵੇਂ ਕਰ ਸਕਦਾ ਹੈ? ਜਾਂ ਤਾਂ ਐਨਜ਼ਾਈਮ ਟਾਰਗੇਟ ਹੋਊਗਾ ਤੇ ਜਾਂ ਰਿਸੈਪਟਰ ਟਾਰਗੇਟ ਹੋਊਗਾ। ਲੈਟਸ ਟਾਕ ਅਬਾਊਟ ਓਨਲੀ ਐਨਜ਼ਾਈਮ ਐਜ਼ ਅ ਟਾਰਗੇਟ। ਜਦੋਂ ਉਸਨੇ ਐਨਜ਼ਾਈਮ ਨੂੰ ਟਾਰਗੇਟ ਬਣਾਉਣਾ ਹੈ ਤਾਂ ਡਰੱਗਸ ਦੋ ਤਰ੍ਹਾਂ ਦੇ ਹੈ, ਕੰਪੀਟੀਟਿਵ ਇਨਹਿਬਿਟਰ ਤੇ ਨਾਨ ਕੰਪੀਟੀਟਿਵ ਇਨਹਿਬਿਟਰ। Now we will discuss in detail in today's lecture about how the enzyme act ਕਰ ਰਿਹਾ drug target। ਉਸ ਤੋਂ ਪਹਿਲਾਂ ਆਪਾਂ ਇਹ ਸਮਝਣਾ ਹੈ ਕਿ ਐਨਜ਼ਾਈਮ ਦਾ ਐਕਚੁਅਲੀ ਇੱਕ ਹੈਲਦੀ ਬੋਡੀ ਦੇ ਵਿੱਚ ਕੀ ਫੰਕਸ਼ਨ ਹੈ, ਰਾਈਟ? ਕੈਟਾਲਿਟਿਕਲੀ ਕੀ ਫੰਕਸ਼ਨ ਹੈ, ਇਹ ਆਪਾਂ ਸਰਫੇਸ ਕੈਮਿਸਟਰੀ ਦੇ ਵਿੱਚ ਵੀ ਕੀਤਾ ਸੀ, ਬਟ ਸਟਿਲ ਵੀ ਕੈਨ ਰਿਵਾਈਜ਼। ਇੱਕ ਐਨਜ਼ਾਈਮ ਦਾ ਫੰਕਸ਼ਨ ਕੀ ਹੈ? ਐਨਜ਼ਾਈਮ ਦੀ ਕੋਲ ਐਕਟਿਵ ਸਾਈਟ ਹੈ। ਇਹ ਕੀ ਹੈ ਐਨਜ਼ਾਈਮ ਦੀ? ਰਾਜੇ ਐਕਟਿਵ ਸਾਈਟ ਹੈ। ਦਿਸ ਇਜ਼ ਦੀ ਐਕਟਿਵ ਸਾਈਟ ਆਫ ਐਨਜ਼ਾਈਮ, ਯਾਨੀ ਕਿ ਸਬਸਟਰੇਟ ਨੇ ਇੱਥੇ ਆ ਕੇ ਲੱਗਣਾ, ਇਹ ਨਹੀਂ ਕਿ ਇੱਥੇ ਲੱਗ ਜੇ ਜਾਂ ਇੱਥੇ ਲੱਗ ਜੇ। ਜੇ ਉਹ ਐਕਟਿਵ ਸਾਈਟ ਤੇ ਲੱਗਦਾ ਹੈ ਤਾਂ ਹੀ ਕੰਮ ਬਣੂਗਾ, ਅਦਰਵਾਈਜ਼ ਐਨਜ਼ਾਈਮ ਹੈਜ਼ no role to play. The function of the enzyme is to hold the substrate for a chemical reaction. The active site of the enzyme hold the substrate molecule in a suitable position through a variety of interactions such as ionic bonding, hydrogen bonding, so that it can be attacked by the reagent effectively. यानी कि यह जड़ा एंजाइम है ਇਹਦੀ ਜਿਹੜੀ ਐਕਟਿਵ ਸਾਈਟ ਹੈ ਇਹਦੇ ਤੇ ਜਾ ਕੇ ਸਬਸਟ੍ਰੇਟ ਰੁਕੂਗਾ, ਉਹ ਸਬਸਟ੍ਰੇਟ ਤੇ ਐਂਜ਼ਾਈਮ ਇੰਟਰੈਕਟ ਕਰਨਗੇ, ਯਾਨੀ ਕਿ ਚਿਪਕੇ ਰਹਿਣਗੇ ਈਦਰ ਬਾय ਆਇਓਨਿਕ ਬੌਂਡਿੰਗ, ਹਾਈਡਰੋਜਨ ਬੌਂਡਿੰਗ। ਜਦੋਂ ਉਸ ਵਾਰੀ ਇੱਕ ਚਿਪਕ ਗਿਆ ਤਾਂ ਹੁਣ ਰਿਐਕਸ਼ਨ ਹੋਊਗੀ, ਭਾਵੇਂ ਐਂਜ਼ਾਈਮ ਦੇ ਨਾਲ ਹੋਵੇ ਜਾਂ ਕੋਈ ਹੋਰ ਰੀਏਜੈਂਟ ਆ ਕੇ ਇਹਦੇ ਉੱਤੇ ਰਿਐਕਟ ਕਰੇ, ਤਾਂ ਐਜ਼ ਅ ਰਿਜ਼ਲਟ ਕੀ ਹੋ ਰਿਹਾ? ਪ੍ਰੋਡਕਟ ਬਣ ਰਿਹਾ ਤੇ ਐਂਜ਼ਾਈਮ ਆਪਾਂ ਨੂੰ ਇਸ ਤਰ੍ਹਾਂ ਦੇ ਨਾਲ ਮਿਲ ਰਿਹਾ। ਹੁਣ ਦ ਪ੍ਰੋਬਲਮ ਇਜ਼, ਸਪੋਜ਼ ਕਰੋ ਬੋਡੀ ਦੇ ਵਿੱਚ ਇਸ ਰਿਐਕਸ਼ਨ ਦੇ ਨਾਲ ਕੋਈ ਪ੍ਰੋਬਲਮ ਹੋ ਰਹੀ ਹੈ ਬੋਡੀ ਦੇ ਵਿੱਚ, ਯਾਨੀ ਕਿ ਐਂਜ਼ਾਈਮ ਤੇ ਨਾਲ ਜਦੋਂ ਸਬਸਟ੍ਰੇਟ ਆਉਂਦਾ ਹੈ, ਰਿਐਕਸ਼ਨ ਹੁੰਦੀ ਹੈ, ਆਪਾਂ ਨੂੰ ਪ੍ਰੋਬਲਮ ਹੋ ਰਹੀ ਹੈ ਬੋਡੀ ਦੇ ਵਿੱਚ। ਕੀ ਹੋ ਰਹੀ ਹੈ? ਪ੍ਰੋਬਲਮ ਹੋ ਰਹੀ ਹੈ। ਤਾਂ ਆਪਾਂ ਕੀ ਕਰ ਸਕਦੇ ਹਾਂ? ਆਪਣੇ ਕੋਲ ਦੋ ਤਰੀਕੇ ਹੈ। ਆਪਾਂ ਕੀ ਕਰਨਾ ਹੈ? ਆਪਾਂ ਇਸ ਐਂਜ਼ਾਈਮ ਤੇ ਸਬਸਟ੍ਰੇਟ ਨੂੰ interact ਨਹੀਂ ਕਰਨਾ, we have to stop their interaction. That can be done in two ways. ਸੋਚੋ, ਰਿਐਕਸ਼ਨ ਉਦੋਂ ਹੀ ਹੋਊਗੀ ਜਦੋਂ ਸਬਸਟ੍ਰੇਟ ਐਂਜ਼ਾਈਮ ਦੇ ਨਾਲ ਇੰਟਰੈਕਟ ਕਰੂਗਾ। ਇੰਟਰੈਕਸ਼ਨ ਵਾਸਤੇ ਐਂਜ਼ਾਈਮ ਦਾ ਐਕਟਿਵ ਸਾਈਟ ਹੋਣਾ ਜ਼ਰੂਰੀ ਹੈ, ਯਾਨੀ ਕਿ ਇਹ ਸਬਸਟ੍ਰੇਟ ਇਸ ਐਕਟਿਵ ਸਾਈਟ ਨੂੰ ਪਛਾਣੂਗਾ, ਕੰਪਲੀਮੈਂਟਰੀ ਹੈ ਨਾ, ਇੰਟਰੈਕਟ ਕਰੂਗਾ, ਇੱਥੇ ਆ ਕੇ ਚਿਪਕੂਗਾ ਤੇ ਰਿਐਕਸ਼ਨ ਹੋ ਜਾਊਗੀ। ਜੇ ਆਪਾਂ ਇਸ ਐਕਟਿਵ ਸਾਈਟ ਨੂੰ ਹੀ ਵਿਗਾੜ ਦਈਏ, ਯਾਨੀ ਕਿ ਇਸ ਦਾ ਜਿਹੜਾ ਸਾਈਜ਼ ਹੈ ਜਾਂ ਇਹਦੇ ਤੇ ਕੋਈ ਹੋਰ ਚੀਜ਼ ਆ ਕੇ ਲੱਗ ਜੇ ਤਾਂ ਕਿ ਸਬਸਟ੍ਰੇਟ ਤੇ ਐਂਜ਼ਾਈਮ ਆਪਸ 'ਚ ਮਿਲ ਹੀ ਨਾ ਸਕਣ, ਤਾਂ ਪ੍ਰੋਬਲਮ ਸੋਲਵ ਹੋ ਜੂਗੀ। ਸੋ ਆਪਣੇ ਕੋਲ ਕੀ ਹੈ? ਡਰਗ। ਹੁਣ ਡਰਗ ਐਂਜ਼ਾਈਮ ਇੰਟਰੈਕਸ਼ਨ ਕਰਨੀ ਹੈ। Drug can inhibit the catalytic activity of the enzymes. Such enzymes are called as enzyme inhibitors. The drugs inhibit the attachment of the substrate on the active site of the enzymes in two different ways. ਆਪਾਂ ਕੀ ਅਜੇ ਦੇਖੋ, ਇਸ ਸਬਸਟ੍ਰੇਟ ਦੀ ਸ਼ੇਪ ਇਸ ਦੇ ਨਾਲ ਕੰਪਲੀਮੈਂਟਰੀ ਹੈ, ਇਸ ਕਰਕੇ ਉੱਥੇ ਬਿਲਕੁਲ ਲੌਕ ਐਂਡ ਕੀ ਵਾਂਗੂ ਉਹ ਚਿਪਕ ਗਏ ਤੇ ਆਪਣੇ ਕੋਲ ਕੀ ਬਣ ਗਏ? ਪ੍ਰੋਡਕਟਸ। ਇਸ ਦੇ ਨਾਲ ਆਪਾਂ ਨੂੰ ਬੋਡੀ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ, ਆਪਾਂ ਇਸ ਨੂੰ ਰੋਕਣਾ। ਦੋ ਤਰੀਕੇ ਬਸ, ਆਪਾਂ ਇਸ ਦੀ ਐਕਟਿਵ ਸਾਈਟ ਨੂੰ ਖਰਾਬ ਕਰਨਾ, ਇਸ ਦੀ ਐਕਟਿਵ ਸਾਈਟ ਨੂੰ ਬਲੌਕ ਕਰਨਾ ਤਾਂ ਕਿ ਸਬਸਟ੍ਰੇਟ ਇੱਥੇ ਨਾ ਲੱਗ ਸਕੇ। ਉਸ ਦੇ ਦੋ ਤਰੀਕੇ ਹੈ। ਸਭ ਤੋਂ ਪਹਿਲਾਂ ਕੰਪੀਟੀਟਿਵ ਇਨਹਿਬਿਸ਼ਨ ਜਾਂ ਨਾਨ ਕੰਪੀਟੀਟਿਵ ਇਨਹਿਬਿਸ਼ਨ। ਕੰਪੀਟੀਟਿਵ ਇਨਹਿਬਿਸ਼ਨ 'ਚ ਕੀ ਹੁੰਦਾ ਹੈ ਕਿ ਡਰਗ ਇੱਥੇ ਜੇ ਸਬਸਟ੍ਰੇਟ ਲੱਗੂਗਾ ਤਾਂ ਰਿਐਕਸ਼ਨ ਹੋਊਗੀ ਤੇ ਪ੍ਰੋਬਲਮ ਕ੍ਰੀਏਟ ਹੋਊਗੀ। ਆਪਾਂ ਇਸ ਸਬਸਟ੍ਰੇਟ ਨੂੰ ਇੱਥੇ ਨਹੀਂ ਲੱਗਣ ਦੇਣਾ, ਉਹਦੀ ਜਗ੍ਹਾ ਤੇ ਜੇ ਆ ਕੇ ਡਰਗ ਲੱਗ ਗਿਆ ਤਾਂ ਕੀ ਹੋਊਗਾ? ਡਰਗ ਬਲੌਕਸ ਦੀ ਐਕਟਿਵ ਸਾਈਟ ਆਫ ਦੀ ਐਂਜ਼ਾਈਮ, ਸਬਸਟ੍ਰੇਟ ਨਹੀਂ ਲੱਗੂਗਾ ਤੇ ਪ੍ਰੋਬਲਮ ਸੋਲਵ ਹੋਗੀ।
Drugs compete with the natural substrate on active site. Such drugs are called as competitive inhibitors, right? Drug and substrate competing for active site of enzymes. This is one thing. Another thing is non-competitive inhibition. यानी कि एक्टिव साइट दे बजाए जे साडा ड्रग यानी कि आ एक्टिव साइट है, सबस्ट्रेट इत्थे आके लगूगा तो रिएक्शन होगी। ਆਪਾਂ ਕੀ ਕੀਤਾ ਹੈ, ਜਿਹੜਾ ਡਰਗ ਹੈ ਆ ਆਪਣੇ ਕੋਲ ਡਰਗ ਹੈ, ਸਪੋਜ਼ ਆ ਟ੍ਰਾਇੰਗੂਲਰ ਦਾ ਡਰਗ ਹੈ, ਇਹ ਐਕਟਿਵ ਸਾਈਟ ਦੇ ਲੱਗਣ ਦੇ ਬਜਾਏ ਜੇਕਰ ਕਿਸੇ ਹੋਰ ਸਾਈਟ ਤੇ ਲੱਗਦਾ ਹੈ, ਇਸ ਦਾ ਇੱਥੇ ਲੱਗਣ ਨਾਲ ਇਹਦੀ ਸ਼ੇਪ ਡਿਫਰੈਂਟ ਹੋ ਜਾਂਦੀ। ਦੇਖੋ ਇੱਥੇ ਇਹ ਕਾਫੀ ਕਰਵਡ ਸੀਗਾ, ਡਰਗ ਦੇ ਲੱਗਣ ਨਾਲ ਉਹ ਜਿਹੜੀ ਸ਼ੇਪ ਹੈ ਉਹ ਡਿਸਟੋਰਟ ਹੋ ਗਈ। ਹੁਣ ਆ ਸਬਸਟ੍ਰੇਟ ਇੱਥੇ ਨਹੀਂ ਲੱਗ ਪਾਊਗਾ ਕਿਉਂਕਿ ਉਹਦੀ ਸ਼ੇਪ ਕੰਪਲੀਮੈਂਟਰੀ ਨਹੀਂ ਹੋਊਗੀ ਤੇ ਕੋਈ ਰਿਐਕਸ਼ਨ ਨਹੀਂ ਹੋਊਗੀ, राइट। मैं की कहना चाहनी हाँ कि some drugs do not bind to the active site but bind to a different site of enzyme which is called as allosteric site. This binding of the drug at allosteric site changes the shape of the active site in such a way that the natural substrate cannot recognize it. Such inhibitors are called as non-competitive inhibitors. यानी कि ਇਹਦੇ ਵਿੱਚ ਕੀ ਸੀਗਾ, ਐਕਟਿਵ ਸਾਈਟ ਤੇ ਡਰਗ ਆਂਦਾ ਸੀਗਾ ਤੇ ਉਹਨੇ ਬਲੌਕ ਕਰ ਲਈ ਸਾਈਟ। ਇਸ ਦੇ ਵਿੱਚ ਕੀ ਹੋਇਆ, ਜਿਹੜਾ ਡਰਗ ਹੈ ਉਹ ਐਕਟਿਵ ਸਾਈਟ ਤੇ ਨਹੀਂ ਲੱਗਿਆ, ਕਿਸੇ ਹੋਰ ਸਾਈਟ ਤੇ ਲੱਗਿਆ ਜਿਸ ਨੂੰ ਕੀ ਕਹਿੰਦੇ ਆ ਐਲੋਸਟੈਰਿਕ ਸਾਈਟ। ਐਲੋਸਟੈਰਿਕ ਸਾਈਟ ਤੇ ਲੱਗਣ ਕਾਰਨ ਉਸਨੇ ਇਸ ਦੀ ਸ਼ੇਪ ਨੂੰ ਡਿਸਟੋਰਟ ਕਰਤਾ। ਹੁਣ ਸਬਸਟ੍ਰੇਟ ਇਸ ਨੂੰ ਨਹੀਂ ਪਛਾਣੂਗਾ ਤੇ ਜਦੋਂ ਪਛਾਣੂਗਾ ਨਹੀਂ ਤਾਂ ਨਹੀਂ ਲੱਗੂਗਾ, ਕੰਪਲੀਮੈਂਟਰੀ ਨਹੀਂ ਰਿਹਾ ਐਂਡ ਦੇयर ਵਿਲ ਬੀ ਨੋ ਰਿਐਕਸ਼ਨ ਤੇ ਉਸ ਦੇ ਨਾਲ ਕੀ ਹੋਗੀ, ਪ੍ਰੋਬਲਮ ਸੋਲਵ ਹੋਗੀ, right? So this is the drug target mechanism. I hope you have understood. ਆਪਾਂ ਸਿਰਫ ਇਹ ਪਾਰਟ ਕੀਤਾ ਹੈ ਕਿ ਜਦੋਂ ਡਰਗ ਦੇ ਵਾਸਤੇ ਟਾਰਗੇਟ ਐਂਜ਼ਾਈਮ ਹੈ ਤਾਂ ਐਂਜ਼ਾਈਮ ਤੇ ਆਪਾਂ ਸਬਸਟ੍ਰੇਟ ਨੂੰ ਨਹੀਂ ਲੱਗਣ ਦੇਣਾ। ਉਹ ਡਰਗ ਕਿਵੇਂ ਕਰੂਗਾ, ਜਾਂ ਤਾਂ ਬਾਈ ਐਕਟਿੰਗ ਐਜ਼ ਅ ਕੰਪੀਟੀਟਿਵ ਇਨਹਿਬਿਟਰ ਜਾਂ ਬਾਈ ਐਕਟਿੰਗ ਐਜ਼ ਅ ਨॉन ਕੰਪੀਟੀਟਿਵ ਇਨਹਿਬਿਟਰ, right? So ਅੱਜ ਵਾਸਤੇ ਇੰਨਾ ਹੀ। In the next video we'll talk about receptor as the target, ਜਦੋਂ ਉਹ antagonist ਹੈ ਜਾਂ agonist ਹੈ, right? We'll discuss in that in the another video.